ਹੈਲੋ ਸਟੂਡੈਂਟਸ, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਚੈਪਟਰ 6 ਜਿਹਦਾ ਨਾਮ ਹੈ ਲੀਨੀਅਰ ਇਨਇਕੁਏਸ਼ਨਸ। ਠੀਕ ਹੈ, ਇਹਦਾ ਪਹਿਲਾ ਲੈਕਚਰ ਅੱਜ ਆਪਾਂ ਪੜਾਂਗੇ। ਤਾਂ ਉਸ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨੂੰ ਨੰਬਰ ਸਿਸਟਮ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। 10th ਤੱਕ ਜਿਹੜਾ ਆਪਾਂ ਨੰਬਰ ਸਿਸਟਮ ਪੜ੍ਹਦੇ ਹਾਂ ਸਭ ਤੋਂ ਵੱਡਾ ਉਹ ਹੈਗਾ ਰੀਅਲ ਨੰਬਰ ਸਿਸਟਮ। ਠੀਕ ਹੈ, 10th ਤੱਕ। ਤਾਂ ਰੀਅਲ ਨੰਬਰ ਸਿਸਟਮ ਦੇ ਵਿੱਚ ਆਪਾਂ ਕੀ ਪੜ੍ਹ ਕੇ ਆਏ ਹਾਂ ਉਹਨੂੰ ਆਪਾਂ ਇੱਕ ਵਾਰੀ ਰਿਵਾਈਜ਼ ਕਰਦੇ ਹਾਂ। ਤਾਂ ਰੀਅਲ ਨੰਬਰ ਜਿਹੜਾ ਹੈਗਾ ਉਹ ਕਿੰਨਾ ਤੋਂ ਬਣਿਆ? ਰੈਸ਼ਨਲ ਨੰਬਰਸ ਤੋਂ ਤੇ ਇਰਰੈਸ਼ਨਲ ਨੰਬਰਸ ਤੋਂ ਮਿਲ ਕੇ ਬਣਿਆ। ਠੀਕ ਹੈ, ਰੈਸ਼ਨਲ ਨੰਬਰਸ ਕਿਹੜੇ ਹੁੰਦੇ ਆ ਇਹ ਆਪਾਂ ਪੜ੍ਹਿਆ ਹੋਇਆ ਕਿ ਜਿਨ੍ਹਾਂ ਨੂੰ P/Q ਦੀ ਫਾਰਮ 'ਚ ਲਿਖਿਆ ਜਾ ਸਕਦਾ ਹੈ। ਠੀਕ ਹੈ, ਇਨ ਸ਼ੋਰਟ ਮਤਲਬ Q 0 ਨਹੀਂ ਹੋਣਾ ਚਾਹੀਦਾ, P ਤੇ Q ਕੋ ਪ੍ਰਾਈਮ ਹੋਣੇ ਚਾਹੀਦੇ ਹੈ। ਠੀਕ ਹੈ, ਤਾਂ ਉਹਦੀਆਂ ਐਗਜ਼ਾਮਪਲਸ ਦੇਖੀਏ ਰੈਸ਼ਨਲ ਨੰਬਰਸ ਦੀਆਂ। 1/2 ਰੈਸ਼ਨਲ ਨੰਬਰ ਹੈ, -3/5 ਵੀ ਰੈਸ਼ਨਲ ਨੰਬਰ ਹੈ, 0 ਵੀ ਰੈਸ਼ਨਲ ਨੰਬਰ ਹੈ ਕਿਉਂਕਿ ਆਪਾਂ ਇਹਨੂੰ 0/1 ਲਿਖ ਸਕਦੇ ਹਾਂ। 7/3 ਵੀ ਰੈਸ਼ਨਲ ਨੰਬਰ ਹੈ, ਐਟਸੈਟਰਾ। ਮਤਲਬ ਬਹੁਤ ਸਾਰੇ ਰੈਸ਼ਨਲ ਨੰਬਰਸ ਹੈ। ਇਰਰੈਸ਼ਨਲ ਨੰਬਰਸ ਕਿਹੜੇ ਆ? ਜਿਨ੍ਹਾਂ ਨੂੰ P/Q ਦੀ ਫਾਰਮ 'ਚ ਨਹੀਂ ਲਿਖਿਆ ਜਾ ਸਕਦਾ। ਕਿਉਂ ਨਹੀਂ ਲਿਖਿਆ ਜਾ ਸਕਦਾ? ਕਿਉਂਕਿ ਇਹਦੀ ਡੈਫੀਨੇਸ਼ਨ 'ਚ ਆਪਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਨੋਨ ਟਰਮੀਨੇਟਿੰਗ ਹੁੰਦੇ ਆ ਅਤੇ ਨੋਨ ਰਿਪੀਟਿੰਗ ਹੁੰਦੇ ਆ। ਮਤਲਬ ਨਾ ਤਾਂ ਇਹ ਖਤਮ ਹੁੰਦੇ ਆ, ਡਿਵੀਜ਼ਨ ਹੁੰਦੀ ਜਾਂਦੀ ਹੈ ਅਤੇ ਨਾ ਹੀ ਇਹ ਰਿਪੀਟ ਹੁੰਦੇ। ਮਤਲਬ ਆਪਾਂ ਬਾਰ ਵੀ ਨਹੀਂ ਪਾ ਸਕਦੇ ਡੈਸੀਮਲ ਤੋਂ ਬਾਅਦ ਵਾਲੇ ਜਾਂ ਕਿਸੇ ਵੀ ਪਾਰਟ ਦੇ ਉੱਪਰ। ਤਾਂ ਕੁਝ ਇਰਰੈਸ਼ਨਲ ਨੰਬਰਸ ਆਪਾਂ ਲਿਖੇ ਹੈ √2, √3, √5, ਹੋਰ ਬਹੁਤ ਸਾਰੇ ਹੈ। ਠੀਕ ਹੈ, ਰੈਸ਼ਨਲ ਨੰਬਰਸ ਹੈ ਜਿਹੜੇ ਉਹਨਾਂ ਦੇ ਵਿੱਚ ਕੀ ਹੁੰਦੇ? ਇੰਟੀਜਰਸ ਬਹੁਤ ਸਾਰੇ ਹੈ। ਤਾਂ ਮੈਂ ਡੈਸ਼ਿਸ ਲਗਾਈਆਂ, ਮਤਲਬ ਇੱਧਰ -1 ਦੇ ਇੱਧਰ ਬਹੁਤ ਸਾਰੇ ਪਏ ਹੈ, -1, -2, -3 ਐਂਡ ਸੋ ਔਨ। ਜੇ ਇੱਧਰ ਜਾਈਏ ਤਾਂ 0, 1, 2, 3, 4 ਐਂਡ ਸੋ ਔਨ। ਠੀਕ ਹੈ ਜੀ। ਇੰਟੀਜਰਸ ਦੇ ਵਿੱਚ ਕੀ ਹੁੰਦੇ ਹੈ? ਹੋਲ ਨੰਬਰਸ ਕਿਹੜੇ ਹੈ? 0 ਤੋਂ ਸ਼ੁਰੂ ਹੁੰਦੇ ਆ, ਆਪਾਂ ਨੂੰ ਪਤਾ ਹੋਲ ਨੰਬਰ। ਤਾਂ 0, 1, 2, 3 ਐਂਡ ਸੋ ਔਨ। ਹੋਲ ਨੰਬਰਸ ਦੇ ਵਿੱਚ ਕੀ ਹੁੰਦੇ ਹੈ? ਨੈਚੁਰਲ ਨੰਬਰਸ ਕਿੱਥੋਂ ਸਟਾਰਟ ਹੁੰਦੇ? 1 ਤੋਂ। ਤਾਂ 1, 2, 3, 4 ਐਂਡ ਸੋ ਔਨ। ਠੀਕ ਹੈ ਜੀ। ਤਾਂ ਇਹ ਤਾਂ ਹੋ ਗਿਆ ਆਪਣਾ 10th ਤੱਕ ਦਾ ਜੋ ਆਪਾਂ ਨੰਬਰ ਸਿਸਟਮ ਪੜ੍ਹਿਆ ਉਹਨੂੰ ਆਪਾਂ ਇੱਕ ਵਾਰੀ ਰੀਕੈਪ ਕੀਤਾ ਹੈ। ਠੀਕ ਹੈ, ਹੁਣ ਆਪਾਂ +1 ਦਾ ਗੱਲ ਕਰਨ ਲੱਗੇ ਹਾਂ ਜਿਹਦੇ 'ਚ ਪਹਿਲਾ ਟਾਈਟਲ ਹੈ ਇੰਟਰਵਲਸ। ਤਾਂ ਇੰਟਰਵਲਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਜੇ ਇਸ ਚੈਪਟਰ ਨੂੰ ਅੱਛੀ ਤਰ੍ਹਾਂ ਸਮਝਣਾ ਹੈ। ਤਾਂ ਇੰਟਰਵਲਸ ਦੀਆਂ ਆਪਾਂ ਟਾਈਪਸ ਕਰਾਂਗੇ ਅਤੇ ਇਹ ਦੇਖਾਂਗੇ ਇੰਟਰਵਲਸ ਦੀ ਆਪਾਂ ਨੂੰ ਜ਼ਰੂਰਤ ਕਿਉਂ ਪਈ। ਤਾਂ ਪਹਿਲਾ ਇੰਟਰਵਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਲੋਜ਼ਡ ਇੰਟਰਵਲ ਵਾਸਤੇ ਇਹ ਬ੍ਰੈਕਟ ਯੂਜ਼ ਕਰਨੀ ਹੈ ਆਪਾਂ। ਚੋਰਸ ਬ੍ਰੈਕਟ ਹੈ, ਓਬਲੋਂਗ ਸ਼ੇਪਡ ਵੀ ਬੋਲ ਦਿੰਦੇ, ਨਹੀਂ ਤਾਂ ਫਿਰ ਚੋਰਸ ਬ੍ਰੈਕਟ ਆਪਾਂ ਕਹਿੰਦੇ ਹਾਂ। ਠੀਕ ਹੈ, ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਐਕਸ ਕੀ ਹੈ? ਰੀਅਲ ਨੰਬਰਸ ਹੈ। ਕਿਹੜੇ ਰੀਅਲ ਨੰਬਰਸ? ਇਹਨੂੰ ਪੜ੍ਹੋ, ਐਕਸ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ। ਧਿਆਨ ਰੱਖੋ, ਇਹਨੂੰ ਇਸ ਤਰ੍ਹਾਂ ਬੋਲਣਾ ਹੈ, ਐਕਸ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ ਏ, ਲੈਸ ਦੈਨ ਔਰ ਇਕੁਅਲ ਟੂ ਬੀ। ਤਾਂ ਉਹ ਰੀਅਲ ਨੰਬਰ ਜਿਨ੍ਹਾਂ ਦੇ ਵਿੱਚ ਏ ਵੀ ਸ਼ਾਮਿਲ ਹੈ, ਸ਼ਾਮਿਲ ਕਿਉਂ ਹੈ? ਕਿਉਂਕਿ ਇਕੁਅਲ ਟੂ ਲਿਖਿਆ ਹੋਇਆ ਹੈ। ਬੀ ਵੀ ਇਨਕਲੂਡਡ ਹੈ, ਸ਼ਾਮਿਲ ਹੈ ਕਿਉਂਕਿ ਇੱਥੇ ਵੀ ਇਕੁਅਲ ਟੂ ਲਿਖਿਆ ਹੈ। ਅਤੇ ਉਹ ਵਾਲੇ ਰੀਅਲ ਨੰਬਰਸ ਵੀ ਹੈ ਜਿਹੜੇ ਏ ਤੋਂ ਵੱਡੇ ਹੈ ਅਤੇ ਬੀ ਤੋਂ ਛੋਟੇ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਬਣਦਾ ਆਪਣਾ ਕਲੋਜ਼ਡ ਇੰਟਰਵਲ। ਮਤਲਬ ਏ ਵੈਲਿਊ ਵੀ ਇਨਕਲੂਡਡ ਹੈ, ਜਿਹੜੀ ਇੱਧਰ ਵਾਲੀ ਹੈ ਇਹ ਵੀ ਇਨਕਲੂਡਡ ਹੈ, ਅਤੇ ਏ ਅਤੇ ਵਿੱਚ ਬੀ ਦੇ ਵਿੱਚ ਵਾਲੀਆਂ ਜਿਹੜੀਆਂ ਉਹ ਵੀ ਇਨਕਲੂਡਡ ਹੈ। ਤਾਂ ਆਪਾਂ ਜਿੱਥੇ ਵੀ ਆਪਾਂ ਨੂੰ ਇਹ ਇਨਇਕੁਐਲਿਟੀ ਦੇ ਸਾਈਨ ਮਿਲਣਗੇ ਇਸ ਤਰ੍ਹਾਂ ਲੈਸ ਦੈਨ ਔਰ ਇਕੁਅਲ ਟੂ, ਲੈਸ ਦੈਨ ਔਰ ਇਕੁਅਲ ਟੂ, ਤਾਂ ਆਪਾਂ ਇਹ ਬ੍ਰੈਕਟ ਯੂਜ਼ ਕਰਨੀ ਹੈ ਜਿਹਨੂੰ ਕਿ ਆਪਾਂ ਕਲੋਜ਼ਡ ਇੰਟਰਵਲ ਕਹਿੰਦੇ ਹਾਂ। ਐਗਜ਼ਾਮਪਲ ਦੇਖਦੇ ਹਾਂ ਥੋੜ੍ਹਾ, ਫਿਰ ਆਪਾਂ ਹੋਰ ਸਮਝਾਂਗੇ ਇਹਨੂੰ। ਤਾਂ 2 ਤੋਂ ਵੱਡੇ ਅਤੇ ਬਰਾਬਰ, 4 ਤੋਂ ਛੋਟੇ ਅਤੇ ਬਰਾਬਰ, ਮਤਲਬ ਐਕਸ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 2, ਲੈਸ ਦੈਨ ਔਰ ਇਕੁਅਲ ਟੂ 4। ਜੇ ਆਪਾਂ ਨੂੰ ਕਹਿਣ ਕਿ ਰੀਅਲ ਨੰਬਰਸ ਲਿਖੋ ਤਾਂ ਇਟਸ ਇੰਪੋਸੀਬਲ ਟੂ ਰਾਈਟ, ਬਿਕੋਜ਼ 2 ਅਤੇ 4 ਦੇ ਵਿਚਕਾਰ ਇੰਨੇ ਕੁ ਰੀਅਲ ਨੰਬਰਸ ਹੈ ਆਪਾਂ ਸਾਰੀ ਉਮਰ ਹੀ ਨਹੀਂ ਲਿਖ ਸਕਦੇ। ਠੀਕ ਹੈ, ਬਟ ਫਿਰ ਕਿਸੇ ਨੂੰ ਕੀ ਪਤਾ ਲੱਗੂਗਾ ਕਿ ਆਪਾਂ ਰੀਅਲ ਨੰਬਰਸ ਦੀ ਗੱਲ ਕਰ ਰਹੇ ਹਾਂ, ਉਹਦੇ ਲਈ ਨੋਟੇਸ਼ਨ ਕੀ ਹੈ? ਤਾਂ ਉਸੇ ਲਈ ਆਪਾਂ ਨੂੰ ਇੰਟਰਵਲਸ ਦੀ ਗੱਲ ਕਰਨੀ ਪੈਂਦੀ ਹੈ। ਜਦੋਂ ਆਪਾਂ ਇਹ ਬ੍ਰੈਕਟ ਯੂਜ਼ ਕਰ ਲੈਂਦੇ ਹਾਂ ਤਾਂ ਜਿਹੜੇ ਵੀ ਮੈਥੇਮੈਟਿਕਸ ਵਾਲੇ ਬੰਦੇ ਆ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਇੰਟਰਵਲਸ ਦੀ ਗੱਲ ਹੈ ਅਤੇ ਰੀਅਲ ਨੰਬਰ ਸਿਸਟਮ ਦੀ ਗੱਲ ਹੈ। ਓਕੇ, ਤਾਂ ਹੁਣ ਆ ਦੇਖੀਏ ਆਪਾਂ ਇਹਨੂੰ ਕਿਵੇਂ ਲਿਖਿਆ। ਐਕਸ ਕੀ ਸੀ? ਗ੍ਰੇਟਰ ਦੈਨ ਔਰ ਇਕੁਅਲ ਟੂ 2, ਮਤਲਬ 2 ਨੂੰ ਇਨਕਲੂਡ ਕਰਨਾ ਸੀ ਤਾਂ ਚੋਰਸ ਬ੍ਰੈਕਟ ਲੱਗ ਗਈ 2 'ਤੇ।
ਇੱਥੇ ਇਕੁਅਲ ਟੂ ਦਾ ਸੀਗਾ 4 ਤੇ, ਤਾਂ 4 ਤੇ ਵੀ ਬ੍ਰੈਕਟ ਲੱਗ ਗਈ। ਤੇ ਉਦੋਂ ਬਾਅਦ x ਕੀ ਸੀ 2 ਤੋਂ ਵੱਡਾ 4 ਤੋਂ ਛੋਟਾ, ਤੇ ਇੱਥੇ ਲਿਖਣਾ 2,4। ਤਾਂ ਇਹ ਸਾਰੀਆਂ ਗੱਲਾਂ ਇਹਨੂੰ ਰਿਪਰੈਜ਼ੈਂਟ ਕਰਦੀਆਂ ਕਿ ਇਹ ਕਿਹੜੇ ਨੰਬਰ ਆ ਗਏ। 2 ਵੀ ਆ ਗਿਆ ਵਿੱਚ ਕਿਉਂਕਿ ਚੋਰਸ ਬ੍ਰੈਕਟ ਹੈ 2 ਤੇ, 4 ਵੀ ਆ ਗਿਆ ਕਿਉਂਕਿ 4 ਤੇ ਵੀ ਚੋਰਸ ਬ੍ਰੈਕਟ ਹੈ, ਤੇ 2 ਤੋਂ 4 ਦੇ ਵਿਚਕਾਰ ਸਾਰੇ ਰੀਅਲ ਨੰਬਰਸ ਵੀ ਆ ਗਏ। ਓਕੇ, ਨੈਕਸਟ ਐਗਜ਼ਾਮਪਲ ਦੇਖਦੇ ਹਾਂ। ਤਾਂ ਇੱਥੇ ਲਿਖਿਆ ਹੈ x is greater than or equal to -2 less than or equal to 0। ਤਾਂ ਆ ਦੇਖੋ ਫਿਰ ਇੱਥੇ ਆ ਗਿਆ ਇਕੁਅਲ ਟੂ, ਤੇ ਇਹਦਾ ਮਤਲਬ ਇੱਥੇ ਲਗਾਓ ਚੋਰਸ ਬ੍ਰੈਕਟ। 0 ਤੇ ਵੀ ਇਹ ਆ ਗਿਆ ਇਕੁਅਲ ਟੂ, ਤੇ ਲਗਾਓ ਚੋਰਸ ਬ੍ਰੈਕਟ। ਕਿੱਥੋਂ ਤੋਂ ਕਿੱਥੋਂ ਤੱਕ ਜਾਣਾ ਹੈ, ਤਾਂ -2 ਤੋਂ ਲੈ ਕੇ 0 ਤੱਕ, ਇਹ ਲਗਾਵਾਂਗੇ -2, 0। ਤਾਂ ਇਹ ਹੋ ਗਿਆ ਕਲੋਜ਼ਡ ਇੰਟਰਵਲ ਫਰੋਮ -2 to 0। ਹੁਣ ਇਹਦੀ ਨੰਬਰ ਲਾਈਨ ਦੀ ਗੱਲ ਦੇਖਿਆ ਆਪਾਂ ਪਹਿਲੇ ਦੀ, ਫਿਰ ਦੂਜੇ ਦੀ ਗੱਲ ਕਰਦੇ ਹਾਂ। ਤਾਂ ਇਹਨੂੰ ਨੰਬਰ ਲਾਈਨ ਤੇ ਕਿਵੇਂ ਰਿਪਰੈਜ਼ੈਂਟ ਕਰਦੇ ਆ ਮੈਥਸ 'ਚ। ਪਹਿਲਾਂ ਆਪਾਂ ਨੰਬਰ ਲਾਈਨ ਦੇ ਉੱਪਰ ਮਾਰਕ ਕਰ ਲੈਣਾ 0, 1, 2, 3, 4, ਜਿੰਨੇ ਵੀ ਤੁਸੀਂ ਚਾਹੋ ਕਰ ਸਕਦੇ ਹੋ ਮਾਰਕ, ਇੱਧਰ ਵੀ ਕਰ ਸਕਦੇ ਹੋ। ਤਾਂ ਜਿਹਨੂੰ ਆਪਾਂ ਇਨਕਲੂਡ ਕਰਨਾ, ਜਿਵੇਂ ਆਪਾਂ ਕਹਿੰਦੇ ਹਾਂ ਕਿ 2 ਆਵੇ, ਤਾਂ 2 ਤੇ ਡਾਰਕ ਸਰਕਲ ਲਗਾਉਣਾ ਪਹਿਲਾਂ। ਓਕੇ, ਫਿਰ ਆਪਾਂ ਕਹਿੰਦੇ ਹਾਂ 4 ਨੂੰ ਵੀ ਵਿੱਚ ਇਨਕਲੂਡ ਕਰਨਾ, ਤਾਂ 4 ਤੇ ਵੀ ਡਾਰਕ ਸਰਕਲ ਲਗਾ ਦਿਓ। ਉਸ ਤੋਂ ਬਾਅਦ ਆਪਾਂ ਚਾਹੁੰਦੇ ਹਾਂ ਕਿ 2 ਤੇ 4 ਦੇ ਵਿੱਚ ਵਾਲੀਆਂ ਵੈਲਿਊਜ਼ ਵੀ ਹੋਣ, ਤਾਂ ਫਿਰ ਇਸ ਲਾਈਨ ਨੂੰ ਡਾਰਕ ਕਰ ਦਿਓ ਸਾਰੇ ਨੂੰ। ਤਾਂ ਇੱਥੋਂ ਪੜ੍ਹਨ ਤੋਂ ਬਾਅਦ ਪਤਾ ਲੱਗ ਰਿਹਾ ਕਿ 2 ਵੀ ਵਿੱਚ ਹੈਗਾ, 4 ਵੀ ਵਿੱਚ ਹੈਗਾ, 2 ਤੋਂ ਲੈ ਕੇ 4 ਤੱਕ ਜਿੰਨੇ ਵੀ ਰੀਅਲ ਨੰਬਰਸ ਹੈ ਉਹ ਵੀ ਵਿੱਚ ਹੈਗੇ। ਨੈਕਸਟ ਦੇਖੀਏ, ਤਾਂ ਇੱਥੇ ਨੰਬਰ ਲਾਈਨ ਦੇ ਉੱਪਰ ਮਾਰਕ ਕਰ ਲਓ ਕੁਛ ਵੈਲਿਊਜ਼। -2 ਤੇ ਲਗਾਓ ਡਾਰਕ ਸਰਕਲ, ਠੀਕ ਹੈ ਜੀ। ਫਿਰ ਲਗਾਓ 0 ਤੇ ਵੀ ਡਾਰਕ ਸਰਕਲ, ਫਿਰ ਇਹਨਾਂ ਨੂੰ ਡਾਰਕ ਲਾਈਨ ਕਰਕੇ ਥੋੜ੍ਹਾ ਜੁਆਇਨ ਕਰ ਦਿਓ। ਤਾਂ ਇੱਥੋਂ ਸਾਬਿਤ ਹੋ ਰਿਹਾ ਕਿ -2 ਤੋਂ ਲੈ ਕੇ 0 ਤੱਕ ਸਾਰੇ ਦੇ ਸਾਰੇ ਰੀਅਲ ਨੰਬਰਸ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇਹ ਲਾਈਨ, ਠੀਕ ਹੈ ਜੀ। ਨੈਕਸਟ ਥਰਡ ਦੇਖਦੇ ਹਾਂ ਆਪਾਂ, x is greater than or equal to -3 and less than or equal to 4। ਤੇ x ਕੀ ਹੈ, ਰੀਅਲ ਨੰਬਰਸ। ਆਪਾਂ ਰੀਅਲ ਨੰਬਰਸ ਵਾਸਤੇ ਹੀ ਇੰਟਰਵਲ ਯੂਜ਼ ਕਰਨਾ, ਇਸ ਚੀਜ਼ ਦਾ ਧਿਆਨ ਰੱਖਣਗੇ ਬੱਚੇ, ਠੀਕ ਹੈ। ਤਾਂ ਇੱਥੇ ਮਾਰਕ ਕਰਕੇ -3 ਤੇ ਡਾਰਕ ਸਰਕਲ ਲਗਾਓ, ਫਿਰ 4 ਦੇਖਿਆ 4 ਤੇ ਵੀ ਡਾਰਕ ਸਰਕਲ ਲਗਾਓ। ਤਾਂ ਇਹ ਤਾਂ ਹੋ ਗਿਆ -3 ਵੀ ਵਿੱਚ ਹੈਗਾ, 4 ਵੀ ਵਿੱਚ ਹੈਗਾ। ਡਾਰਕ ਸਰਕਲ ਦਾ ਮਤਲਬ ਕਿ ਇਹ ਵਿੱਚ ਹੈਗੇ ਹੈ। ਉਸ ਤੋਂ ਬਾਅਦ -3 ਤੋਂ 4 ਦੇ ਵਿੱਚ ਵਾਲੀਆਂ ਵੈਲਿਊਜ਼ ਲਈ ਕੀ ਕਰਾਂਗੇ, ਸ਼ੋ ਕਰਨ ਲਈ ਇਹਨਾਂ ਨੂੰ ਆਪਾਂ ਡਾਰਕ ਕਰ ਦਾਂਗੇ ਇਸ ਪੂਰੀ ਲਾਈਨ ਨੂੰ ਜਿਹੜੀ ਇਨ ਬਿਟਵੀਨ ਹੈ। ਤਾਂ ਇੱਥੋਂ ਇਹ ਰਿਪਰੈਜ਼ੈਂਟ ਹੋ ਗਿਆ ਕਿ x ਹੈ ਜਿਹੜਾ -3 ਵੀ ਹੈ, 4 ਵੀ ਹੋ ਸਕਦਾ ਹੈ, ਤੇ -3 ਤੇ 4 ਦੇ ਵਿਚਕਾਰ ਜਿੰਨੀਆਂ ਵੈਲਿਊਜ਼ ਹੈ ਉਹ ਵੀ ਹੋ ਸਕਦਾ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਸੈਕਿੰਡ ਟਾਈਪ ਇੰਟਰਵਲਸ ਦੀ, ਉਹ ਹੈਗੀ ਹੈ ਓਪਨ ਇੰਟਰਵਲ। ਇਹਨੂੰ ਤੁਸੀਂ ਦੇਖ ਸਕਦੇ ਹੋ ਓਪਨ ਇੰਟਰਵਲ। ਓਪਨ ਇੰਟਰਵਲ ਵਾਸਤੇ ਅਸੀਂ ਇਸ ਤਰ੍ਹਾਂ ਰਾਊਂਡ ਬ੍ਰੈਕਟ ਯੂਜ਼ ਕਰਨੀ ਹੈ, ਗੋਲ ਬ੍ਰੈਕਟ। ਇਹਦਾ ਮਤਲਬ ਕੀ ਹੈ ਇਹ ਸਮਝੇ ਹੁਣ ਆਪਾਂ। x ਕੀ ਹੈ, ਰੀਅਲ ਨੰਬਰਸ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਰੀਅਲ ਨੰਬਰਸ ਦੀ ਹੀ ਗੱਲ ਕਰਨੀ ਆ ਆਪਾਂ, ਇੰਟਰਵਲ ਦਾ ਯੂਜ਼ ਸਿਰਫ ਰੀਅਲ ਨੰਬਰਸ ਵਾਸਤੇ ਹੀ ਹੈ। ਤਾਂ x ਕੀ ਹੈ, a ਤੋਂ ਵੱਡਾ ਹੈ, ਦੇਖੋ ਇੱਥੇ ਇਕੁਐਲਿਟੀ ਨਹੀਂ ਹੈਗੀ, ਤੇ x ਕੀ ਹੈ, b ਤੋਂ ਛੋਟਾ। ਮਤਲਬ a ਤੇ b ਦੇ ਵਿੱਚ ਵਾਲੀਆਂ ਰੀਅਲ ਨੰਬਰਸ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰਨੀ ਹੈ, a ਦੀ ਵੀ ਨਹੀਂ ਕਰਨੀ, b ਦੀ ਵੀ ਨਹੀਂ ਕਰਨੀ। ਤਾਂ ਇਹਦੇ ਵਾਸਤੇ ਗੋਲ ਬ੍ਰੈਕਟ ਪਾਈ ਜਾਂਦੀ ਹੈ। ਇਹਦਾ ਆਪਦੇ ਆਪ 'ਚ ਇਹ ਮਤਲਬ ਹੈ ਕਿ a ਤੇ b ਦੇ ਵਿੱਚ ਵਾਲੀਆਂ ਵੈਲਿਊਜ਼ ਬਾਰੇ ਗੱਲ ਕਰੋ। ਤਾਂ ਇੱਥੇ ਦੇਖਦੇ ਹਾਂ, ਆ ਦੇਖੋ x greater than 0 less than 3। ਤਾਂ ਪਹਿਲਾਂ ਤਾਂ ਆਪਾਂ ਕੀ ਕੀਤਾ, ਗੋਲ ਬ੍ਰੈਕਟ ਪਾ ਲਈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਕੱਲਾ ਗ੍ਰੇਟਰ ਦਾ ਸਿੰਬਲ ਚੱਲ ਰਿਹਾ, ਵਿੱਚ ਇਕੁਅਲ ਟੂ ਤਾਂ ਹੈ ਨਹੀਂਗਾ, ਜਿਹੜਾ ਕਿ ਆਪਾਂ ਪਿੱਛੇ ਸਮਝਿਆ ਸੀ। ਜਿੱਥੇ ਇਕੁਅਲ ਟੂ ਆਊਗਾ ਉੱਥੇ ਚੋਰਸ ਬ੍ਰੈਕਟ ਪਊਗੀ, ਜਿੱਥੇ ਇਕੱਲਾ ਇਹ ਸਿੰਬਲ ਆਊਗਾ ਉੱਥੇ ਗੋਲ ਬ੍ਰੈਕਟ। ਜਿਵੇਂ 0 ਵਾਲੇ ਪਾਸੇ ਇਕੱਲਾ ਇਹ ਸਿੰਬਲ ਹੈ, ਗੋਲ ਬ੍ਰੈਕਟ, 3 ਵਾਲੀ ਸਾਈਡ ਤੇ ਇਹ ਸਿੰਬਲ ਹੈ, ਗੋਲ ਬ੍ਰੈਕਟ, ਠੀਕ ਹੈ ਰੀਅਲ ਨੰਬਰ ਸੀ। ਤਾਂ ਇਹਨੂੰ ਦਿਖਾਉਣਾ ਕਿਵੇਂ ਆਪਾਂ, ਪਹਿਲਾਂ ਨੰਬਰ ਲਾਈਨ ਦੇ ਉੱਪਰ ਕੱਟ ਲਗਾ ਲਓ, 0, 1, 2, 3, ਇੱਧਰ ਉੱਧਰ ਜਿੰਨੇ ਮਰਜ਼ੀ ਲਗਾ ਸਕਦੇ ਹਾਂ ਆਪਾਂ। ਤਾਂ 0 ਨੂੰ ਆਪਾਂ ਕੀ ਕਹਿਣਾ ਚਾਹੁੰਦੇ ਹਾਂ, ਨੰਬਰ ਲਾਈਨ ਤੇ 0 ਨੂੰ ਨਹੀਂ ਦਿਖਾਉਣਾ ਚਾਹੁੰਦੇ। ਪਿਛਲੇ 'ਚ ਆਪਾਂ ਸਮਝਿਆ ਸੀ 0 ਨੂੰ ਦਿਖਾਉਣਾ ਹੈ ਤਾਂ ਡਾਰਕ ਸਰਕਲ ਲਗਾਉਣਾ ਪਊਗਾ, ਜੇ ਇੱਥੇ 0 ਨੂੰ ਨਹੀਂ ਦਿਖਾਉਣਾ ਤਾਂ ਇੱਥੇ ਹੋਲੋ ਸਰਕਲ, ਮਤਲਬ ਖਾਲੀ ਦਿਖਾਉਣਾ ਪਊਗਾ। ਇੱਥੇ 3 ਨੂੰ ਵੀ ਨਹੀਂ ਦਿਖਾਉਣਾ ਤਾਂ 3 ਤੇ ਵੀ ਹੋਲੋ ਸਰਕਲ, ਮਤਲਬ ਖਾਲੀ ਸਰਕਲ ਬਣਾਉਣਾ ਪਊਗਾ। ਬਟ ਆਪਾਂ ਇਹ ਤਾਂ ਚਾਹੁੰਦੇ ਹਾਂ ਕਿ 0 ਤੇ 3 ਦੇ ਵਿੱਚ ਵਾਲੀਆਂ ਵੈਲਿਊਜ਼ ਤਾਂ ਆਉਣ, ਉਹਨਾਂ ਨੂੰ ਤਾਂ ਦਿਖਾਉਣਾ ਹੀ ਹੈ ਆਪਾਂ। ਤਾਂ ਇਹਦੇ ਲਈ ਕੀ ਕਰਾਂਗੇ, ਇੱਕ ਡਾਰਕ ਲਾਈਨ ਮਿਲਾ ਦਾਂਗੇ
0 ਤੇ 3 ਤੱਕ। ਤਾਂ ਇਹ ਹੋ ਗਈ ਓਪਨ ਇੰਟਰਵਲ ਦੀ ਰਿਪਰਜੈਂਟੇਸ਼ਨ ਔਨ ਨੰਬਰ ਲਾਈਨ। ਸੈਕਿੰਡ ਪਾਰਟ ਦੇਖਦੇ ਹਾਂ ਤਾਂ ਆਪਾਂ। ਸੈਕਿੰਡ ਐਗਜ਼ਾਮਪਲ ਇਹਦੀ, x is greater than -1 less than 2। ਤਾਂ ਗ੍ਰੇਟਰ ਦੈਨ ਹੈ ਇਹਦਾ ਮਤਲਬ ਇੱਧਰ ਗਰੋ ਆਊਗੀ ਗੋਲ ਬ੍ਰੈਕਟ, ਲੈਸ ਦੈਨ 2 ਹੈ ਇੱਧਰ ਵੀ ਗੋਲ ਬ੍ਰੈਕਟ। ਠੀਕ ਹੈ ਜੀ, ਮਤਲਬ ਜਿਹੜਾ ਓਪਨ ਇੰਟਰਵਲ ਹੈ, ਕਿਉਂਕਿ -1 ਤੇ 2 ਨੂੰ ਆਪਾਂ ਵਿੱਚ ਸ਼ਾਮਿਲ ਨਹੀਂ ਕਰਨਾਗਾ। ਹੈ ਕਿ x ਰੀਅਲ ਨੰਬਰ ਹੈ। ਨੰਬਰ ਲਾਈਨ ਦੇ ਉੱਪਰ ਕਿਵੇਂ ਰਿਪਰਜੈਂਟ ਕਰਾਂਗੇ, ਕੱਟ ਲਗਾਵਾਂਗੇ ਪਹਿਲਾਂ ਇਹ ਵਾਲੇ। -1 ਨੂੰ ਨਹੀਂ ਸ਼ਾਮਿਲ ਕਰਨਾ ਤਾਂ ਇੱਥੇ ਲਗਾਓ ਹੋਲੋ ਸਰਕਲ, ਮਤਲਬ ਇਹਨੂੰ ਇਨਕਲੂਡ ਨਹੀਂ ਕੀਤਾ ਜਾ ਰਿਹਾ। ਇਹ ਪੜ੍ਹਦੇ ਹੁੰਦੇ ਆਪਾਂ। 2 ਨੂੰ ਸ਼ਾਮਿਲ ਨਹੀਂ ਕਰਨਾ ਮਤਲਬ ਇਨਕਲੂਡ ਨਹੀਂ ਕਰਨਾ ਤਾਂ 2 ਤੇ ਵੀ ਕੀ ਲਗਾਓ, ਹੋਲੋ ਸਰਕਲ। ਪਰ -1 ਤੇ 2 ਦੇ ਵਿਚਕਾਰ ਵਾਲੀਆਂ ਵੈਲਿਊਜ਼ ਤਾਂ ਆਪਾਂ ਲਗਾਉਣੀਆਂ ਹੀ ਹੈ, ਤਾਂ ਉਹਦੇ ਲਈ ਕੀ ਕਰਨਾ ਪਊਗਾ, ਇਹਨਾਂ ਨੂੰ ਡਾਰਕ ਕਰਕੇ ਜੁਆਇਨ ਕਰਨਾ ਪਊਗਾ। ਤਾਂ ਇਹ ਹੋਗੀ ਰਿਪਰਜੈਂਟੇਸ਼ਨ x ਗ੍ਰੇਟਰ ਦੈਨ -1 ਐਂਡ ਲੈਸ ਦੈਨ 2 ਵਾਸਤੇ। ਥਰਡ ਐਗਜ਼ਾਮਪਲ ਦੇਖਦੇ ਹਾਂ, x is greater than -2 ਲੈਸ ਦੈਨ 2। -2 ਤੋਂ ਵੱਡੀਆਂ ਵੈਲਿਊਜ਼ ਤੇ 2 ਤੋਂ ਛੋਟੀਆਂ ਵੈਲਿਊਜ਼, ਮਤਲਬ ਇਹਨਾਂ ਦੇ ਵਿੱਚ ਵੈਲਿਊਜ਼ ਹੈ ਜਿਹੜੀਆਂ ਇਨ ਬਿਟਵੀਨ ਬੋਲ ਸਕਦੇ ਹਾਂ ਆਪਾਂ, ਰੀਅਲ ਵੈਲਿਊਜ਼। ਠੀਕ ਹੈ, ਤਾਂ ਆਪਾਂ ਪਹਿਲਾਂ ਕੀ ਕੀਤਾ, ਓਪਨ ਬ੍ਰੈਕਟ ਲਗਾਤਾ -2 to 2, ਕਿਉਂਕਿ ਇਹਨਾਂ ਦੇ ਵਿੱਚ ਰਹਿਣਾ ਆਪਾਂ। ਫਿਰ ਨੰਬਰ ਲਾਈਨ ਲਈ ਕੀ ਕਰਾਂਗੇ, -2 ਦੇ ਉੱਪਰ ਹੋਲੋ ਸਰਕਲ ਲਗਾ ਦਾਂਗੇ। ਫਿਰ ਜਿੱਥੇ 2 ਹੈਗਾ ਉੱਥੇ ਹੋਲੋ ਸਰਕਲ, ਕਿਉਂਕਿ ਇਹਨਾਂ ਦੋਨਾਂ ਨੂੰ ਆਪਾਂ ਇਨਕਲੂਡ ਨਹੀਂ ਕਰਨਾ। ਜੇ ਇਨਕਲੂਡ ਕਰਨਾ ਹੈ ਤਾਂ ਡਾਰਕ ਸਰਕਲ, ਜੇ ਇਨਕਲੂਡ ਨਹੀਂ ਕਰਨਾ ਮਤਲਬ ਐਕਸਕਲੂਡ ਕਰਨਾ ਹੈ, ਬਾਹਰ ਕੱਢਣਾ ਹੈ, ਤਾਂ ਉਹਦੇ ਲਈ ਹੋਲੋ ਸਰਕਲ। ਇਹ ਯਾਦ ਰੱਖਣਗੇ ਬੱਚੇ ਸਾਰੇ। ਠੀਕ ਹੈ ਜੀ, ਤਾਂ ਉਦੋਂ ਬਾਅਦ -2 ਤੇ 2 ਦੇ ਵਿੱਚ ਵਾਲੀਆਂ ਵੈਲਿਊਜ਼ ਨੂੰ ਤਾਂ ਦਿਖਾਣਾ ਹੈ ਆਪਾਂ, ਤਾਂ ਉਹਦੇ ਲਈ ਕਰਾਂਗੇ ਆਪਾਂ ਇੱਕ ਡਾਰਕ ਲਾਈਨ ਦਿਖਾ ਦਾਂਗੇ ਇੱਥੇ ਉਹਨਾਂ ਨੂੰ ਜੁਆਇਨ ਕਰਕੇ। ਤਾਂ ਇਹ ਹੋ ਗਈ ਓਪਨ ਇੰਟਰਵਲ ਦੀਆਂ ਰਿਪਰਜੈਂਟੇਸ਼ਨਸ। ਥਰਡ ਇੰਟਰਵਲ ਪੜ੍ਹਦੇ ਹਾਂ, ਸੈਮੀ ਕਲੋਜ਼ਡ ਜਾਂ ਫਿਰ ਸੈਮੀ ਓਪਨ। ਸੈਮੀ ਦਾ ਮਤਲਬ ਮੈਥ ਕੀ ਹੁੰਦਾ, ਅੱਧਾ। ਤਾਂ ਅੱਧਾ ਕਲੋਜ਼ ਹੋਵੇ ਜਾਂ ਅੱਧਾ ਓਪਨ ਹੋਵੇ, ਮਤਲਬ ਕੀ ਹੋਏਗਾ ਕਿ ਇੱਕ ਪਾਸਿਓਂ ਕਲੋਜ਼ ਹੋਏਗਾ, ਇੱਕ ਪਾਸਿਓਂ ਓਪਨ ਹੋਏਗਾ। ਜਿਵੇਂ ਆਪਾਂ ਇਹ ਦੇਖ ਸਕਦੇ ਹਾਂ, ਦੇਖੋ ਇੱਧਰ ਲੈਫਟ ਸਾਈਡ ਤੋਂ ਕਲੋਜ਼ ਹੈ, ਰਾਈਟ ਸਾਈਡ ਤੋਂ ਓਪਨ ਹੈ। ਇਹਦਾ ਨਾਮ ਇਹਨਾਂ 'ਚੋਂ ਕੋਈ ਵੀ ਲੈ ਸਕਦੇ ਹਾਂ, ਧਿਆਨ ਰੱਖਣਾ। ਇਹਨੂੰ ਕੋਈ ਬੱਚਾ ਕਹਿੰਦਾ ਸੈਮੀ ਕਲੋਜ਼ਡ ਹੈ ਤਾਂ ਵੀ ਠੀਕ ਹੈ, ਇਹਨੂੰ ਕੋਈ ਬੱਚਾ ਕਹਿ ਰਿਹਾ ਸੈਮੀ ਓਪਨ ਹੈ ਤਾਂ ਵੀ ਠੀਕ ਹੈ। ਆ ਦੇਖੋ ਹੁਣ ਇਹ ਬ੍ਰੈਕਟ ਵੀ ਇਹਦੀ ਹੀ ਐਗਜ਼ਾਮਪਲ ਹੈ ਕਿ ਲੈਫਟ ਸਾਈਡ ਤੋਂ ਆਪਾਂ ਓਪਨ ਦਿਖਾ ਰੱਖਿਆ ਇਹਨੂੰ, ਰਾਈਟ ਸਾਈਡ ਤੋਂ ਕਲੋਜ਼ ਦਿਖਾ ਰੱਖਿਆ। ਤਾਂ ਇਹਨਾਂ ਦੀ ਜ਼ਰੂਰਤ ਪਏਗੀ ਆਪਾਂ ਨੂੰ ਸੈਮੀ ਕਲੋਜ਼ ਸੈਮੀ ਓਪਨ ਦਿਖਾਉਣ ਵਾਸਤੇ। ਓਕੇ, ਦੇਖਦੇ ਹਾਂ ਹੁਣ ਆਪਾਂ ਕੀ ਹੈ। x ਰੀਅਲ ਨੰਬਰਸ ਹੈ। ਹੁਣ ਇੱਥੇ ਕੀ ਹੋ ਰਿਹਾ ਹੈ, x a ਤੋਂ ਗ੍ਰੇਟਰ ਔਰ ਇਕੁਅਲ ਟੂ ਆ। ਦੇਖੋ ਇਕੁਅਲ ਟੂ ਆ ਗਿਆ ਤਾਂ ਆਪਣੇ ਨਾਲ ਦੀ ਨਾਲ ਦਿਮਾਗ 'ਚ ਕੀ ਸਟ੍ਰਾਈਕ ਕਰੇਗਾ ਕਿ ਇੱਥੇ ਚੋਰਸ ਬ੍ਰੈਕਟ ਲਗਾਓ। ਇੱਥੇ ਆ ਗਿਆ ਲੈਸ ਦੈਨ b, ਇੱਥੇ ਨਾਲ ਦੀ ਨਾਲ ਸਟ੍ਰਾਈਕ ਕਰੇਗਾ ਕਿ ਇੱਥੇ ਓਪਨ ਬ੍ਰੈਕਟ ਲਗਾਓ। ਜਿੱਥੇ ਇਕੁਅਲ ਟੂ ਹੈ ਉੱਥੇ ਕਲੋਜ਼ਡ ਬ੍ਰੈਕਟ, ਜਿੱਥੇ ਕੱਲਾ ਲੈਸ ਹੈ ਉੱਥੇ ਓਪਨ ਬ੍ਰੈਕਟ। b ਤੇ ਕੱਲਾ ਲੈਸ ਹੈ ਤਾਂ ਓਪਨ ਬ੍ਰੈਕਟ। ਇਹਨੂੰ ਦੇਖੀਏ, x ਗ੍ਰੇਟਰ ਦੈਨ a, ਜਦੋਂ ਕੱਲਾ ਗ੍ਰੇਟਰ ਆਇਆ ਓਪਨ ਬ੍ਰੈਕਟ, ਜਦੋਂ ਲੈਸ ਦੈਨ ਔਰ ਇਕੁਅਲ ਟੂ ਵੀ ਆ ਗਿਆ ਤਾਂ ਚੋਰਸ ਬ੍ਰੈਕਟ। ਠੀਕ ਹੈ ਜੀ, ਕਿਉਂਕਿ ਆਪਾਂ ਦੋਨੇ ਇੰਟਰਵਲ ਸਮਝ ਚੁੱਕੇ ਹਾਂ, ਤਾਂ ਹੁਣ ਮੇਰੇ ਹਿਸਾਬ ਨਾਲ ਇੱਥੇ ਕੋਈ ਦਿੱਕਤ ਨਹੀਂ ਆਏਗੀ ਬੱਚਿਆਂ ਨੂੰ ਕਿ ਕਿੱਥੇ ਕਲੋਜ਼ ਲਗਾਉਣਾ ਹੈ ਕਿੱਥੇ ਓਪਨ ਲਗਾਉਣਾ ਹੈ, ਉਹ ਸਮਝ ਚੁੱਕੇ ਹੋਣਗੇ ਅੱਛੀ ਤਰ੍ਹਾਂ। ਆਪਾਂ ਐਗਜ਼ਾਮਪਲਸ ਦੇਖਦੇ ਇਹਦੀਆਂ ਕੁਛ ਹੋਰ। ਤਾਂ x ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 1 ਬਟ ਲੈਸ ਦੈਨ 3। ਆ ਦੇਖੋ x 1 ਤੋਂ ਕੀ ਹੈ, ਗ੍ਰੇਟਰ ਦੈਨ ਔਰ ਇਕੁਅਲ ਟੂ, ਤਾਂ ਨਾਲ ਦੀ ਨਾਲ ਲਗਾਓ ਚੋਰਸ ਬ੍ਰੈਕਟ। ਲੈਸ ਦੈਨ 3 ਹੈ ਤਾਂ ਇੱਥੇ ਲਗਾਓ ਓਪਨ ਬ੍ਰੈਕਟ, ਮਤਲਬ ਰਾਊਂਡ ਬ੍ਰੈਕਟ। ਠੀਕ ਹੈ ਜੀ, ਨੰਬਰ ਲਾਈਨ 'ਤੇ ਰਿਪਰਜੈਂਟ ਕਰਨ ਦਾ ਤਰੀਕਾ ਉੱਪਰ ਆਪਾਂ ਸਮਝਿਆ ਕਿ ਜਿਹਨੂੰ ਆਪਾਂ ਇਨਕਲੂਡ ਕਰਨਾ ਹੈ, ਸ਼ਾਮਿਲ ਕਰਨਾ, ਮਤਲਬ 1 ਨੂੰ ਕਰਨਾ ਤਾਂ 1 'ਤੇ ਲਗਾਓ ਡਾਰਕ ਸਰਕਲ। 3 ਨੂੰ ਇਨਕਲੂਡ ਨਹੀਂ ਕਰਨਾ ਤਾਂ 3 'ਤੇ ਲਗਾਓ ਹੋਲੋ ਸਰਕਲ। ਠੀਕ ਹੈ ਜੀ, ਉਸ ਤੋਂ ਬਾਅਦ 1 ਤੇ 3 ਦੇ ਵਿੱਚ ਵਾਲੀਆਂ ਵੈਲਿਊਜ਼ ਤਾਂ ਲਗਾਉਣੀਆਂ ਹੀ ਲਗਾਉਣੀਆਂ, ਤਾਂ ਉਹਦੇ ਲਈ ਕੀ ਕਰੋ, ਇਹਨਾਂ ਨੂੰ ਡਾਰਕ ਕਰਕੇ ਜੁਆਇਨ ਕਰਵਾ ਦਿਓ। ਓਕੇ, ਨੈਕਸਟ ਐਗਜ਼ਾਮਪਲ ਦੇਖਦੇ ਹਾਂ। x is greater than 0 less than or equal to 2। ਜਿੱਥੇ ਕੱਲਾ ਗ੍ਰੇਟਰ ਹੈ ਉੱਥੇ ਓਪਨ ਰਾਊਂਡ ਬ੍ਰੈਕਟ, ਮਤਲਬ ਇੱਥੇ ਲੈਸ ਦੈਨ ਔਰ ਇਕੁਅਲ ਟੂ ਆ ਗਿਆ, ਦੇਖੋ ਇੱਥੇ ਕਲੋਜ਼ ਕਰਨਾ ਹੈ 2 ਤੇ। ਹੈ ਸਾਰੇ ਰੀਅਲ ਨੰਬਰਸ ਦੀ ਗੱਲ ਹੋ ਰਹੀ ਹੈ, ਕਿਉਂਕਿ ਇੰਟਰਵਲਸ ਆਰ ਯੂਜ਼ਡ ਫॉर ਰੀਅਲ ਨੰਬਰਸ ਓਨਲੀ। ਓਕੇ, ਤਾਂ 0 ਨੂੰ ਆਪਾਂ ਇਨਕਲੂਡ ਨਹੀਂ ਕਰਨਾ ਤਾਂ 0 'ਤੇ ਲਗਾ ਦਿਓ ਹੋਲੋ ਸਰਕਲ। ਜਿਹਨੂੰ ਇਨਕਲੂਡ ਨਹੀਂ ਕਰਨਾ ਹੋਲੋ। 2 ਨੂੰ ਇਨਕਲੂਡ ਕਰਨਾ 2 'ਤੇ ਲਗਾ ਦਿਓ ਡਾਰਕ
क्योंकि 2 ਇਨਕਲੂਡ ਕਿਵੇਂ ਰਿਪਰੈਜ਼ੈਂਟ ਹੁੰਦਾ ਹੈ, ਡਾਰਕ ਕਰਕੇ। ਉਸ ਤੋਂ ਬਾਅਦ 0 ਤੋਂ 2 ਦੇ ਵਿੱਚ ਵਾਲੀਆਂ ਵੈਲਿਊਜ਼ ਉਹ ਆਪਾਂ ਦਿਖਾਉਣੀਆਂ ਹੈ, ਤਾਂ ਇੱਥੇ ਆ ਜਾਊਗੀ ਲਾਈਨ ਆ ਜਾਊਗੀ, ਡਾਰਕ ਕਰ ਦੇਣੀ ਹੈ ਥੋੜ੍ਹਾ, ਤਾਂ ਇਹ ਰਿਪਰੈਜ਼ੈਂਟ ਕਰ ਰਿਹਾ 0 ਤੋਂ ਲੈ ਕੇ 2 ਤੱਕ। 2 ਤੇ ਕੀ ਹੈ ਕਲੋਜ਼, 0 ਤੇ ਕੀ ਹੈ ਓਪਨ। ਤਾਂ ਇਹ ਆਪਾਂ ਪੜ੍ਹ ਰਹੇ ਹਾਂ ਸੈਮੀ ਕਲੋਜ਼ਡ ਸੈਮੀ ਓਪਨ, ਮਤਲਬ ਇੱਕ ਸਾਈਡ ਤੋਂ ਓਪਨ ਹੋਏਗਾ, ਇੱਕ ਸਾਈਡ ਤੋਂ ਕਲੋਜ਼ ਦਿਖੇਗਾ ਆਪਾਂ ਨੂੰ। ਥਰਡ ਐਗਜ਼ਾਮਪਲ ਪੜ੍ਹਦੇ ਹਾਂ ਆਪਾਂ। x ਹੈ -2 ਤੋਂ ਗ੍ਰੇਟਰ, ਕੱਲਾ ਗ੍ਰੇਟਰ, ਗ੍ਰੇਟਰ ਮਤਲਬ ਓਪਨ ਰਾਊਂਡ ਬ੍ਰੈਕਟ, ਲੈਸ ਦੈਨ ਔਰ ਇਕੁਅਲ ਟੂ, ਦੇਖੋ ਇਕੁਅਲ ਟੂ ਆ ਗਿਆ, ਨਾਲ ਦੀ ਨਾਲ ਕਲੋਜ਼ਡ ਬ੍ਰੈਕਟ ਮਤਲਬ ਚੋਰਸ ਬ੍ਰੈਕਟ ਪਾਣੀ ਹੈ ਕਿ x ਰੀਅਲ ਨੰਬਰਸ। ਤਾਂ ਹੁਣ ਇਹਨੂੰ ਰਿਪਰੈਜ਼ੈਂਟ ਕਿਵੇਂ ਕਰੀਏ ਆਪਾਂ, ਨੰਬਰ ਲਾਈਨ ਦੇ ਉੱਪਰ ਕੱਟ ਲਗਾਓ। -2 ਨੂੰ ਇਨਕਲੂਡ ਨਹੀਂ ਕਰਨਾ ਤਾਂ ਹੋਲੋ ਸਰਕਲ ਲਗਾਉਣਾ ਪਏਗਾ। 3 ਨੂੰ ਇਨਕਲੂਡ ਕਰਨਾ ਹੈ ਤਾਂ ਡਾਰਕ ਸਰਕਲ ਲਗਾਉਣਾ ਪਏਗਾ। -2 ਤੇ 3 ਦੇ ਵਿੱਚ ਸਾਰੇ ਰੀਅਲ ਨੰਬਰਸ ਦਿਖਾਣੇ ਆ ਤਾਂ ਇਹਨਾਂ ਨੂੰ ਮਿਲਾਉਣਾ ਪਏਗਾ ਤੇ ਡਾਰਕ ਕਰਨਾ ਪਏਗਾ ਤਾਂ ਕਿ ਇਹ ਇੰਟਰਵਲ ਇੱਥੇ ਸਾਰਾ ਸ਼ੋ ਹੋ ਜੇ। ਤਾਂ ਇਹ ਆਪਾਂ ਸਮਝ ਚੁੱਕੇ ਹਾਂ ਬੱਚਿਓ ਕਿ ਇੰਟਰਵਲਸ 3 ਤਰ੍ਹਾਂ ਦੇ ਹੁੰਦੇ ਆ, ਉਹਨਾਂ ਨੂੰ ਲਿਖਣਾ ਕਿਸ ਤਰ੍ਹਾਂ ਹੈ ਤੇ ਉਹਨਾਂ ਨੂੰ ਰਿਪਰੈਜ਼ੈਂਟ ਨੰਬਰ ਲਾਈਨ 'ਤੇ ਕਿਵੇਂ ਕਰਨਾ ਹੈ। ਹੁਣ ਮੈਂ ਕੁਝ ਕੁਐਸਚਨਸ ਲਿਖ ਲਏ ਇੱਥੇ ਤੁਹਾਡੇ ਵਾਸਤੇ, ਤੁਸੀਂ ਇਹਨਾਂ ਦਾ ਜਵਾਬ ਹੈ ਜਿਹੜਾ ਇੱਥੇ ਵੀਡੀਓ ਤੋਂ ਐਂਡ 'ਤੇ ਕਮੈਂਟ ਬਾਕਸ 'ਚ ਦੇਣਾ ਹੈ, ਠੀਕ ਹੈ, ਇੰਟਰਵਲਸ ਲਗਾ ਕੇ ਉਸੇ ਤਰ੍ਹਾਂ ਹੀ ਟਾਈਪ ਕਰਨਾ ਤਾਂ ਕਿ ਮੈਂ ਇਹਨਾਂ ਦੇ ਆਨਸਰਸ ਕੁਐਸਚਨ ਵਾਈਜ਼, ਤਾਂ ਕਿ ਮੈਂ ਚੈੱਕ ਕਰ ਸਕਾਂ ਕਿ ਤੁਹਾਨੂੰ ਸਮਝ ਲੱਗਿਆ ਲੈਕਚਰ ਕਿ ਨਹੀਂ ਸਮਝ ਲੱਗਿਆ। ਤਾਂ ਇੱਥੇ ਦੇਖੋ ਇੰਟਰਵਲਸ ਨੋਟ ਕਰ ਲਓ ਕਾਪੀਜ਼ 'ਤੇ, ਸਟੇਟਮੈਂਟਸ ਨੂੰ ਕੀ ਹੈ, x ਹੈ ਜਿਹੜਾ -4 ਤੋਂ ਗ੍ਰੇਟਰ ਹੈ, ਲੈਸ ਦੈਨ ਔਰ ਇਕੁਅਲ ਟੂ 0 ਹੈ। x ਕੀ ਹੈ ਰੀਅਲ ਨੰਬਰਸ, ਇਹ ਤਾਂ ਸਾਰੇ ਰੀਅਲ ਨੰਬਰਸ ਹੀ ਹੋਣਗੇ, ਠੀਕ ਹੈ। x ਇੱਥੇ ਕੀ ਹੈ ਗ੍ਰੇਟਰ ਦੈਨ ਔਰ ਇਕੁਅਲ ਟੂ 0, ਲੈਸ ਦੈਨ ਔਰ ਇਕੁਅਲ ਟੂ 3। ਇਹਦਾ ਵੀ ਤੁਸੀਂ ਇੰਟਰਵਲ ਲਿਖ ਕੇ ਦਿਖਾਣੇ ਆ, ਧਿਆਨ ਰੱਖੋ। ਨੰਬਰ ਲਾਈਨ ਤਾਂ ਦਿਖਾ ਨਹੀਂ ਸਕਦੇ ਤੁਸੀਂ ਕਮੈਂਟ ਬਾਕਸ 'ਚ, ਸਿਰਫ ਬ੍ਰੈਕਟਸ ਹੀ ਪਾ ਕੇ ਦਿਖਾਣੀ ਹੈ, ਠੀਕ ਹੈ। x ਹੈ ਜਿਹੜਾ -1 ਤੋਂ ਗ੍ਰੇਟਰ ਹੈ, 5 ਤੋਂ ਲੈਸ ਹੈ, ਠੀਕ ਹੈ। फोर्थ, x इज ग्रेटर देन और इक्वल टू -2 ਲੈਸ ਦੈਨ 3। ਤਾਂ ਇਹਨਾਂ ਸਾਰਿਆਂ ਦੇ ਇੰਟਰਵਲਸ ਲਿਖੋਗੇ, ਕੁਐਸਚਨ ਨੰਬਰ ਪਾਉਂਗੇ, ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਚੈੱਕ ਕਰੂੰਗਾ ਤੇ ਤੁਹਾਡਾ ਰਿਪਲਾਈ ਕਰੂੰਗਾ ਕਿ ਤੁਸੀਂ ਅੱਛਾ ਲਿਖਿਆ ਹੈ, ਗਲਤ ਲਿਖਿਆ ਜਾਂ ਕੀ ਮਿਸਟੇਕ ਹੈ, ਠੀਕ ਹੈ ਬੇਟਾ ਜੀ। ਥੈਂਕ ਯੂ ਸੋ ਮਚ ਫॉर ਵਾਚਿੰਗ।